ਦਾ ਲੈਕਚਰ। ਸ਼ਾਮ ਤੋਂ ਹੀ ਹਨੇਰੀ ਪਾਣੀ ਹੈ। ਹਵਾਵਾਂ ਦੇ ਥਪੇੜਿਆਂ ਨੇ ਵੱਡੇ ਵੱਡੇ ਦਰਖਤਾਂ ਨੂੰ ਹਿਲਾ ਦਿੱਤਾ ਹੈ। ਬਿਜਲੀ ਬੰਦ ਹੋ ਗਈ ਹੈ ਤੇ ਨਗਰ 'ਚ ਹਨੇਰਾ ਹੈ। ਘਰ 'ਚ ਇੱਕ ਦੀਵਾ ਜਲਾਇਆ ਗਿਆ ਹੈ। ਉਹਦੀ ਲੋ ਉੱਪਰ ਵੱਲ ਨੂੰ ਉੱਠ ਰਹੀ ਹੈ। ਦੀਵਾ ਧਰਤੀ ਦਾ ਭਾਗ ਹੈ, ਪਰ ਲੋ ਪਤਾ ਨਹੀਂ ਕਿਸ ਨੂੰ ਪਾਉਣ ਲਈ ਉੱਪਰ ਵੱਲ ਨੂੰ ਭੱਜਦੀ ਰਹਿੰਦੀ ਹੈ। ਇਸ ਲੋ ਦੀ ਤਰ੍ਹਾਂ ਮਨੁੱਖ ਦੀ ਚੇਤਨਾ ਵੀ ਹੈ। ਸਰੀਰ ਧਰਤੀ ਤੇ ਤ੍ਰਿਪਤ ਹੈ, ਪਰ ਮਨੁੱਖ ਵਿੱਚ ਸਰੀਰ ਦੇ ਇਲਾਵਾ ਵੀ ਕੁਝ ਹੈ ਜੋ ਲਗਾਤਾਰ ਧਰਤੀ ਤੋਂ ਉੱਪਰ ਉੱਠਣਾ ਚਾਹੁੰਦਾ ਹੈ। ਫਿਰ ਚੇਤਨਾ ਹੀ, ਇਹ ਅਗਨੀ ਸ਼ਿਖਾ ਹੀ ਮਨੁੱਖ ਦਾ ਪ੍ਰਾਣ ਹੈ। ਇਹ ਲਗਾਤਾਰ ਉੱਪਰ ਉੱਠਣ ਦੀ ਉਤਸੁਕਤਾ ਹੀ ਉਹਦੀ ਆਤਮਾ ਹੈ। ਇਹ ਲੋ ਹੈ, ਇਸ ਲਈ ਮਨੁੱਖ ਹੈ, ਨਹੀਂ ਤਾਂ ਸਾਰਾ ਮਿੱਟੀ ਹੈ। ਇਹ ਲੋ ਪੂਰੀ ਤਰ੍ਹਾਂ ਬਲੇ ਤਾਂ ਜੀਵਨ 'ਚ ਕ੍ਰਾਂਤੀ ਵਾਪਰ ਜਾਂਦੀ ਹੈ। ਇਹ ਲੋ ਪੂਰੀ ਤਰ੍ਹਾਂ ਦਿਖਾਈ ਦੇਣ ਲੱਗੇ ਤਾਂ ਮਿੱਟੀ ਦੇ ਵਿੱਚ ਹੀ ਮਿੱਟੀ ਨੂੰ ਪਾਰ ਕਰ ਲਿਆ ਜਾਂਦਾ ਹੈ। ਮਨੁੱਖ ਇੱਕ ਦੀਵਾ ਹੈ, ਮਿੱਟੀ ਵੀ ਹੈ ਉਸ 'ਚ, ਪਰ ਜੋਤੀ ਵੀ ਹੈ। ਮਿੱਟੀ ਤੇ ਹੀ ਧਿਆਨ ਰਿਹਾ ਤਾਂ ਜੀਵਨ ਵਿਅਰਥ ਹੋ ਜਾਂਦਾ ਹੈ। ਜੋਤੀ ਤੇ ਧਿਆਨ ਜਾਣਾ ਚਾਹੀਦਾ ਹੈ। ਜੋਤੀ ਤੇ ਧਿਆਨ ਜਾਂਦਿਆਂ ਹੀ ਸਭ ਕੁਝ ਪਰਿਵਰਤਿਤ ਹੋ ਜਾਂਦਾ ਹੈ, ਕਿਉਂਕਿ ਉਦੋਂ ਮਿੱਟੀ ਵਿੱਚੋਂ ਹੀ ਪ੍ਰਭੂ ਦੇ ਦਰਸ਼ਨ ਹੋ ਜਾਂਦੇ ਹਨ। ਧੰਨਵਾਦ। ਓਸ਼ੋ ਦਾ ਲੈਕਚਰ। ਸਵੇਰ ਜਾ ਚੁੱਕੀ ਹੈ, ਧੁੱਪ ਗਰਮ ਹੋ ਰਹੀ ਹੈ ਤੇ ਮਨ ਛਾਂ ਵਿੱਚ ਜਾਣ ਨੂੰ ਹੈ। ਇੱਕ ਬਿਰਧ ਅਧਿਆਪਕ ਆਏ ਹਨ। ਸਾਲਾਂ ਤੋਂ ਸਾਧਨਾ 'ਚ ਲੱਗੇ ਹਨ। ਤਨ ਸੁੱਕ ਕੇ ਹੱਡੀ ਹੋ ਗਿਆ ਹੈ ਤੇ ਅੱਖਾਂ ਧੂਏ ਰੰਗੀਆਂ ਹੋ ਗਈਆਂ ਹਨ ਤੇ ਅੰਦਰ ਨੂੰ ਧੱਸ ਗਈਆਂ ਹਨ। ਲੱਗਦਾ ਹੈ ਕਿ ਖੁਦ ਨੂੰ ਬਹੁਤ ਸਤਾਇਆ ਹੈ ਤੇ ਉਸ ਆਤਮ ਪੀੜਨ ਨੂੰ ਹੀ ਸਾਧਨਾ ਸਮਝਿਆ ਹੈ। ਪ੍ਰਭੂ ਦੇ ਰਸਤੇ ਤੇ ਚੱਲਣ ਲਈ ਜੋ ਉਤਸੁਕ ਹੁੰਦੇ ਹਨ, ਉਹਨਾਂ ਵਿੱਚੋਂ ਜ਼ਿਆਦਾ ਲੋਕਾਂ ਦਾ ਜੀਵਨ ਇਸੇ ਤਰ੍ਹਾਂ ਹੀ ਭੁੱਲ ਨਾਲ ਜ਼ਹਿਰੀਲਾ ਹੋ ਜਾਂਦਾ ਹੈ। ਪ੍ਰਭੂ ਨੂੰ ਪਾਉਣਾ ਸੰਸਾਰ ਨੂੰ ਤਿਆਗਣ ਦਾ ਰੂਪ ਲੈ ਲੈਂਦਾ ਹੈ ਤੇ ਆਤਮਾ ਦੀ ਸਾਧਨਾ ਸਰੀਰ ਨੂੰ ਨਸ਼ਟ ਕਰਨ ਦਾ। ਇੱਕ ਨਾਕਾਰ ਦ੍ਰਿਸ਼ਟੀ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ ਤੇ ਉਹਨਾਂ ਨੂੰ ਖਿਆਲ ਵੀ ਨਹੀਂ ਆ ਪਾਉਂਦਾ ਕਿ ਪਦਾਰਥ ਦਾ ਵਿਰੋਧ ਪਰਮਾਤਮਾ ਦੇ ਸਾਕਸ਼ਾਤ ਦਾ ਵਿਰੋਧੀ ਨਹੀਂ ਹੈ। ਸੱਚ ਤਾਂ ਇਹ ਹੈ ਕਿ ਦੇਹ ਨੂੰ ਤਸੀਹੇ ਦੇਣ ਵਾਲੇ ਦੇਹਧਾਰੀ ਹੀ ਹੁੰਦੇ ਹਨ ਤੇ ਸੰਸਾਰ ਦੇ ਵਿਰੋਧੀ ਬਹੁਤ ਸੂਖਮ ਰੂਪ ਨਾਲ ਸੰਸਾਰ ਤੋਂ ਹੀ ਦੁਖੀ ਹੁੰਦੇ ਹਨ। ਸੰਸਾਰ ਦੇ ਪ੍ਰਤੀ ਭੋਗ ਦ੍ਰਿਸ਼ਟੀ ਜਿੰਨਾ ਸੰਸਾਰ 'ਚ ਬੰਨ੍ਹਦੀ ਹੈ, ਵਿਰੋਧ ਦ੍ਰਿਸ਼ਟੀ ਉਸ ਤੋਂ ਘੱਟ ਨਹੀਂ, ਜ਼ਿਆਦਾ ਹੀ ਬੰਨ੍ਹਦੀ ਹੈ। ਸੰਸਾਰ ਤੇ ਸਰੀਰ ਦਾ ਵਿਰੋਧ ਨਹੀਂ, ਪਾਰ ਜਾਣਾ ਸਾਧਨ ਹੈ ਤੇ ਉਹ ਦਿਸ਼ਾ ਨਾ ਭੋਗ ਦੀ ਹੈ ਨਾ ਦਮਨ ਦੀ ਹੈ। ਉਹ ਦਿਸ਼ਾ ਦੋਨਾਂ ਤੋਂ ਭਿੰਨ ਹੈ। ਉਹ ਤੀਸਰੀ ਦਿਸ਼ਾ ਹੈ। ਉਹ ਦਿਸ਼ਾ ਸੰਜਮ ਦੀ ਹੈ। ਦੋ ਬਿੰਦੂਆਂ ਦੇ ਵਿਚਾਲੇ ਕੇਂਦਰ ਬਿੰਦੂ ਖੋਜ ਲੈਣਾ ਸੰਜਮ ਹੈ। ਪੂਰਨ ਮੱਧ ਵਿੱਚ ਜੋ ਹੈ ਉਹ ਪਾਰ ਜਾਣਾ ਹੈ। ਉਹ ਕਹਿਣ ਨੂੰ ਹੀ ਮੱਧ 'ਚ ਹੈ, ਪਰ ਉਹ ਦੋਨਾਂ ਦਾ ਪਾਰ ਹੈ। ਭੋਗ ਤੇ ਦਮਨ ਦੇ ਜੋ ਪੂਰਨ ਮੱਧ ਵਿੱਚ ਹੈ, ਉਹ ਕੁਝ ਭੋਗ ਤੇ ਕੁਝ ਦਮਨ ਨਹੀਂ ਹੈ। ਉਹ ਨਾ ਭੋਗ ਹੈ ਨਾ ਦਮਨ ਹੈ। ਉਹ ਸਮਝੌਤਾ ਨਹੀਂ, ਸੰਜਮ ਹੈ। ਅਤੀ ਅਸੰਜਮ ਹੈ, ਮੱਧ ਸੰਜਮ ਹੈ। ਅਤੀ ਵਿਨਾਸ਼ ਹੈ, ਮੱਧ ਜੀਵਨ ਹੈ। ਜੋ ਅਤੀ ਨੂੰ ਫੜਦਾ ਉਹ ਨਸ਼ਟ ਹੋ ਜਾਂਦਾ ਹੈ। ਭੋਗ ਤੇ ਦਮਨ ਦੋਵੇਂ ਜੀਵਨ ਨੂੰ ਨਸ਼ਟ ਕਰ ਦਿੰਦੇ ਹਨ। ਅਤੀ ਹੀ ਅਗਿਆਨ ਹੈ ਤੇ ਅੰਧਕਾਰ ਹੈ ਤੇ ਮੌਤ ਹੈ। ਮੈਂ ਸੰਜਮ ਤੇ ਸੰਗੀਤ ਨੂੰ ਸਾਧਨਾ ਕਹਿੰਦਾ ਹਾਂ। ਵੀਣਾ ਦੇ ਤਾਰ ਜਦੋਂ ਨਾ ਢਿੱਲੇ ਹੁੰਦੇ ਹਨ ਨਾ ਕਸੇ ਹੁੰਦੇ ਹਨ, ਉਦੋਂ ਸੰਗੀਤ ਪੈਦਾ ਹੁੰਦਾ ਹੈ। ਬਹੁਤ ਢਿੱਲੇ ਤਾਰ ਵੀ ਬੇਅਰਥ ਹਨ ਤੇ ਬਹੁਤ ਕਸੇ ਤਾਰ ਵੀ ਬੇਅਰਥ ਹਨ। ਪਰ ਤਾਰਾਂ ਦੀ ਇੱਕ ਅਜਿਹੀ ਵੀ ਸਥਿਤੀ ਹੁੰਦੀ ਹੈ ਜਦੋਂ ਨਾ ਕਸੇ ਕਹੇ ਜਾ ਸਕਦੇ ਹੈ, ਨਾ ਢਿੱਲੇ ਕਹੇ ਜਾ ਸਕਦੇ ਹੈ, ਨਾ ਢਿੱਲੇ ਕਹੇ ਜਾ ਸਕਦੇ ਹਨ। ਉਹ ਬਿੰਦੂ ਹੀ ਉਹਨਾਂ ਵਿੱਚ ਸੰਗੀਤ ਦੇ ਜਨਮ ਦਾ ਬਿੰਦੂ ਬਣਦਾ ਹੈ। ਜੀਵਨ ਵਿੱਚ ਉਹੀ ਬਿੰਦੂ ਸੰਜਮ ਦਾ ਹੈ। ਜੋ ਨਿਯਮ ਸੰਗੀਤ ਦਾ ਹੈ, ਉਹੀ ਸੰਜਮ ਦਾ ਹੈ। ਸੰਜਮ ਨਾਲ ਸੱਚ ਮਿਲਦਾ ਹੈ। ਸੰਜਮ ਦੀ ਇਹ ਗੱਲ ਉਹਨਾਂ ਨੂੰ ਕਹੀ ਹੈ ਤੇ ਲੱਗਦਾ ਹੈ ਜਿਵੇਂ ਉਹਨਾਂ ਨੇ ਸੁਣਿਆ ਹੈ। ਉਹਨਾਂ ਦੀਆਂ ਅੱਖਾਂ ਗਵਾਹੀ ਹਨ, ਜਿਵੇਂ ਕੋਈ ਸੌਂ ਕੇ ਉੱਠਿਆ ਹੋਵੇ। ਅਜਿਹਾ ਉਹਨਾਂ ਦੀਆਂ ਅੱਖਾਂ 'ਚ ਭਾਵ ਹੈ। ਉਹ ਸ਼ਾਂਤ ਤੇ ਪੂਰਨ ਠੀਕ ਪ੍ਰਤੀਤ ਹੋ ਰਹੇ ਹਨ। ਕੋਈ ਤਣਾਅ ਜਿਵੇਂ ਸਿਥਲ ਹੋ ਗਿਆ ਹੋਵੇ, ਕੋਈ ਦਰਸ਼ਨ ਪ੍ਰਾਪਤ ਹੋਇਆ ਹੈ। ਮੈਂ ਜਾਂਦੇ ਸਮੇਂ ਉਹਨਾਂ ਨੂੰ ਕਿਹਾ,
ਸਾਰੇ ਤਣਾਅ ਛੱਡ ਦੇਣ ਤੇ ਫਿਰ ਦੇਖਣ। ਭੋਗ ਛੱਡਿਆ ਹੈ, ਦਮਨ ਵੀ ਛੱਡ ਦੇਣ। ਛੱਡ ਕੇ ਸਭ ਛੱਡ ਕੇ ਵੇਖਣ। ਸਹਿਜ ਹੋ ਕੇ ਦੇਖਣ। ਸਹਿਜਤਾ ਹੀ ਤੰਦਰੁਸਤ ਕਰਦੀ ਹੈ, ਸੁਭਾਅ 'ਚ ਲੈ ਜਾਂਦੀ ਹੈ। ਉਹਨਾਂ ਨੇ ਉੱਤਰ 'ਚ ਕਿਹਾ, ਛੱਡਣ ਨੂੰ ਹੁਣ ਕੀ ਰਹਿ ਗਿਆ? ਛੁੱਟ ਹੀ ਗਿਆ। ਮੈਂ ਸ਼ਾਂਤ ਤੇ ਨਿਰਭਰ ਹੋ ਕੇ ਜਾ ਰਿਹਾ। ਇੱਕ ਦੁਖਦ ਸੁਪਨਾ ਜਿਵੇਂ ਟੁੱਟ ਗਿਆ ਹੈ। ਮੈਂ ਬਹੁਤ ਧੰਨਵਾਦੀ ਹਾਂ। ਤੇ ਉਹਨਾਂ ਦੀਆਂ ਅੱਖਾਂ ਬਹੁਤ ਸਰਲ ਤੇ ਸ਼ਾਂਤ ਹੋ ਗਈਆਂ ਹਨ ਤੇ ਉਹਨਾਂ ਦੀ ਮੁਸਕਰਾਹਟ ਬਹੁਤ ਹੀ ਭਲੀ ਲੱਗ ਰਹੀ ਹੈ। ਉਹ ਬਿਰਧ ਹਨ ਪਰ ਬਿਲਕੁਲ ਬੱਚੇ ਲੱਗ ਰਹੇ ਹਨ। ਕਾਸ਼ ਇਹ ਉਹਨਾਂ ਸਾਰਿਆਂ ਨੂੰ ਦਿਸ ਸਕਣ ਜੋ ਪ੍ਰਭੂ ਵਿੱਚ ਉਤਸੁਕ ਹੁੰਦੇ ਹਨ। ਧੰਨਵਾਦ। ਓਸ਼ੋ ਦਾ ਲੈਕਚਰ। ਸੱਚ ਨੂੰ ਪਾਉਣਾ ਹੈ ਤਾਂ ਮਨ ਨੂੰ ਛੱਡ ਦਿਓ। ਮਨ ਦੇ ਨਾ ਹੁੰਦੇ ਹੀ ਸੱਚ ਖੋਜਿਆ ਜਾਂਦਾ ਹੈ। ਉਵੇਂ ਹੀ ਜਿਵੇਂ ਕਿਸੇ ਨੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ ਤੇ ਸੂਰਜ ਦਾ ਪ੍ਰਕਾਸ਼ ਅੰਦਰ ਆ ਗਿਆ ਹੋਵੇ। ਸੱਚ ਦੇ ਆਗਮਨ ਨੂੰ ਮਨ ਨੇ ਦੀਵਾਰ ਦੀ ਤਰ੍ਹਾਂ ਰੋਕਿਆ ਹੋਇਆ ਹੈ। ਮਨ ਦੀ ਇਸ ਦੀਵਾਰ ਦੀਆਂ ਇੱਟਾਂ ਵਿਚਾਰਾਂ ਨਾਲ ਬਣੀਆਂ ਹਨ। ਵਿਚਾਰ, ਵਿਚਾਰ, ਹੋਰ ਵਿਚਾਰ। ਵਿਚਾਰਾਂ ਦੀ ਇਹ ਲੜੀ ਹੀ ਮਨ ਹੈ। ਰਮਨ ਨੇ ਕਿਸੇ ਨੂੰ ਕਿਹਾ ਸੀ, ਵਿਚਾਰਾਂ ਨੂੰ ਰੋਕ ਦਿਓ ਤੇ ਫਿਰ ਮੈਨੂੰ ਦੱਸੋ ਕਿ ਮਨ ਕਿੱਥੇ ਹੈ। ਵਿਚਾਰ ਜਿੱਥੇ ਨਹੀਂ ਹਨ ਉੱਥੇ ਮਨ ਨਹੀਂ ਹੈ। ਇੱਟਾਂ ਨਾ ਹੋਣ ਤਾਂ ਦੀਵਾਰ ਕਿਵੇਂ ਹੋਏਗੀ? ਇੱਕ ਸਾਧੂ ਰਾਤ ਆਏ ਸਨ। ਪੁੱਛਦੇ ਸਨ, ਮਨ ਦੇ ਨਾਲ ਕੀ ਕਰਾਂ? ਮੈਂ ਕਿਹਾ, ਕੁਝ ਵੀ ਨਾ ਕਰੋ, ਮਨ ਨੂੰ ਛੱਡ ਦਿਓ ਤੇ ਦੇਖੋ। ਉਹਨੂੰ ਬਿਲਕੁਲ ਛੱਡ ਦਿਓ ਤੇ ਬਸ ਦੇਖਦੇ ਰਹੋ। ਜਿਵੇਂ ਕੋਈ ਨਦੀ ਕਿਨਾਰੇ ਬੈਠ ਕੇ ਜਲ ਪ੍ਰਵਾਹ ਨੂੰ ਦੇਖਦਾ ਹੈ, ਇਸੇ ਤਰ੍ਹਾਂ ਹੀ ਵਿਚਾਰ ਪ੍ਰਵਾਹ ਨੂੰ ਦੇਖੋ। ਨਿਰਲੇਪ ਤੇ ਅਸੰਗ ਦੇਖਦੇ ਰਹੋ, ਦੇਖਦੇ ਰਹੋ। ਉਸ ਦੇਖਣ ਦੀ ਚੋਟ ਨਾਲ ਵਿਚਾਰ ਸ਼ੂਨੇ ਹੋ ਜਾਂਦੇ ਹਨ ਤੇ ਮਨ ਨਹੀਂ ਪਾਇਆ ਜਾਂਦਾ। ਤੇ ਮਨ ਦੇ ਹਟਦੇ ਹੀ ਉਸ ਖਾਲੀ ਸਥਾਨ 'ਚ ਜਿਹਦਾ ਅਨੁਭਵ ਹੁੰਦਾ ਹੈ, ਉਹੀ ਆਤਮਾ ਹੈ, ਉਹੀ ਸੱਚ ਹੈ, ਕਿਉਂਕਿ ਉਹੀ ਸਤਾ ਹੈ। ਧੰਨਵਾਦ। ਓਸ਼ੋ ਦਾ ਪ੍ਰਵਚਨ। ਇੱਕ ਸਰਦ ਤੇ ਹਨੇਰੀ ਰਾਤ 'ਚ ਇੱਕ ਸਾਧੂ ਕਿਸੇ ਮੰਦਰ ਵਿੱਚ ਠਹਿਰਿਆ ਸੀ। ਉਹਨੇ ਸਰਦੀ ਦੂਰ ਕਰਨ ਲਈ ਭਗਵਾਨ ਦੀ ਲੱਕੜ ਦੀ ਮੂਰਤੀ ਜਲਾ ਲਈ। ਅੱਗ ਬਲਦੀ ਦੇਖ ਕੇ ਪੁਜਾਰੀ ਜਾਗ ਗਿਆ। ਉਹਨੇ ਮੂਰਤੀ ਨੂੰ ਬਲਦੇ ਵੇਖਿਆ ਤਾਂ ਹੈਰਾਨ ਰਹਿ ਗਿਆ। ਉਹ ਕ੍ਰੋਧ 'ਚ ਕੁਝ ਬੋਲ ਵੀ ਨਾ ਸਕਿਆ। ਉਹ ਕੰਮ ਅਜਿਹਾ ਹੀ ਨਾ ਸੋਚਿਆ ਜਾਣ ਵਾਲਾ ਸੀ। ਫਿਰ ਉਹਨੇ ਦੇਖਿਆ ਸਾਧੂ ਮੱਛੀ ਰਾਖ ਦੇ ਢੇਰ 'ਚੋਂ ਕੁਝ ਲੱਭ ਰਿਹਾ ਹੈ। ਉਹਨੇ ਪੁੱਛਿਆ, ਇਹ ਕੀ ਕਰ ਰਹੇ ਹੋ? ਸਾਧੂ ਨੇ ਕਿਹਾ, ਭਗਵਾਨ ਦੀ ਦੇਹ ਦੀਆਂ ਅਸਥੀਆਂ ਲੱਭ ਰਿਹਾ। ਹੁਣ ਪੁਜਾਰੀ ਦੇ ਸਾਹਮਣੇ ਉਸ ਸਾਧੂ ਦਾ ਪਾਗਲਪਨ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ ਸੀ। ਉਹਨੇ ਸਾਧੂ ਨੂੰ ਕਿਹਾ, ਪਾਗਲ, ਲੱਕੜ 'ਚ ਅਸਥੀਆਂ ਕਿੱਥੇ ਰੱਖੀਆਂ ਹਨ? ਉਹ ਸਾਧੂ ਬੋਲਿਆ, ਫਿਰ ਇੱਕ ਮੂਰਤੀ ਹੋਰ ਲਿਆਉਣ ਦੀ ਕਿਰਪਾ ਕਰੋ। ਰਾਤ ਬਹੁਤ ਸਰਦ ਹੈ ਤੇ ਬਹੁਤ ਲੰਬੀ ਹੈ। ਮੈਂ ਇਸ ਕਥਾ ਨੂੰ ਵਿਚਾਰਦਾ ਹਾਂ ਤੇ ਲੱਗਦਾ ਉਹ ਪਾਗਲ ਸਾਧੂ ਮੈਂ ਹੀ ਹਾਂ। ਮੈਂ ਚਾਹੁੰਦਾ ਹਾਂ ਕਿ ਅਸੀਂ ਮੂਰਤੀਆਂ ਤੋਂ ਮੁਕਤ ਹੋ ਸਕੀਏ ਤਾਂ ਜੋ ਅਮੂਰਤ ਹੈ ਉਹਦੇ ਦਰਸ਼ਨ ਸੰਭਵ ਹੋਣ। ਰੂਪ ਤੇ ਜੋ ਰੁਕਿਆ ਹੈ ਉਹ ਅਰੂਪ ਤੇ ਨਹੀਂ ਪਹੁੰਚ ਪਾਉਂਦਾ ਤੇ ਆਕਾਰ ਜਿਹਦੀ ਦ੍ਰਿਸ਼ਟੀ ਵਿੱਚ ਹੈ ਉਹ ਨਿਰਾਕਾਰ ਸਾਗਰ ਵਿੱਚ ਕਿਵੇਂ ਕੁੱਦੇਗਾ? ਤੇ ਉਹ ਜੋ ਦੂਸਰੇ ਦੀ ਪੂਜਾ ਵਿੱਚ ਹੈ ਆਪਣੇ ਸਵੈ ਤੇ ਆ ਸਕੇ, ਇਹ ਕਿਵੇਂ ਸੰਭਵ ਹੈ? ਮੂਰਤ ਨੂੰ ਅਗਨੀ ਦਿਓ ਤਾਂ ਕਿ ਅਮੂਰਤ ਹੀ ਅਨੁਭੂਤੀ 'ਚ ਬਾਕੀ ਰਹੇ ਤੇ ਆਕਾਰ ਦੇ ਬਦਲਾਂ ਨੂੰ ਵਿਸਰਜਿਤ ਹੋਣ ਦਿਓ ਤਾਂ ਕਿ ਨਿਰਾਕਾਰ ਆਕਾਸ਼ ਪ੍ਰਾਪਤ ਹੋ ਸਕੇ। ਤੇ ਰੂਪ ਨੂੰ ਵਹਿਣ ਦਿਓ ਤਾਂ ਜੋ ਕਿਸ਼ਤੀ ਅਰੂਪ ਦੇ ਸਾਗਰ ਵਿੱਚ ਪਹੁੰਚੇ। ਜੋ ਸੀਮਾ ਦੇ ਕਿਨਾਰੇ ਤੋਂ ਆਪਣੀ ਕਿਸ਼ਤੀ ਛੱਡ ਦਿੰਦਾ ਹੈ ਉਹ ਜ਼ਰੂਰ ਹੀ ਅਸੀਮ ਨੂੰ ਪਹੁੰਚਦਾ ਹੈ ਤੇ ਅਸੀਮ ਹੋ ਜਾਂਦਾ ਹੈ। ਓਸ਼ੋ ਦਾ ਪ੍ਰਵਚਨ। ਪ੍ਰਾਰਥਨਾ ਕੀ ਹੈ? ਆਤਮ ਵਿਸਮਰਨ ਨਹੀਂ। ਪ੍ਰਾਰਥਨਾ ਆਤਮ ਵਿਸਮਰਨ ਨਹੀਂ। ਉਹ ਜਿਸ ਵਿੱਚ ਭੁੱਲਣਾ, ਡੁੱਬਣਾ ਤੇ ਖੋਣਾ ਹੈ, ਨਸ਼ੇ ਦਾ ਇੱਕ ਰੂਪ ਹੈ। ਉਹ ਢੰਗ ਪ੍ਰਾਰਥਨਾ ਨਹੀਂ, ਭੱਜਣਾ ਹੈ। ਸ਼ਬਦ ਵਿੱਚ, ਸੰਗੀਤ ਵਿੱਚ ਖੋਇਆ ਜਾ ਸਕਦਾ ਹੈ। ਆਵਾਜ਼ ਸੰਮੋਹਨ ਵਿੱਚ, ਨ੍ਰਿਤ ਵਿੱਚ ਜੋ ਹੈ ਉਹਨੂੰ ਭੁੱਲਿਆ ਜਾ ਸਕਦਾ ਹੈ। ਇਹ ਭੁੱਲਣਾ ਤੇ ਬੇਹੋਸ਼ੀ ਸੁਖਦ ਵੀ ਮਾਲੂਮ ਹੋ ਸਕਦੀ ਹੈ ਪਰ ਇਹ ਪ੍ਰਾਰਥਨਾ ਨਹੀਂ ਹੈ, ਇਹ ਮੂਰਛਾ ਹੈ। ਜਦੋਂ ਕਿ ਪ੍ਰਾਰਥਨਾ ਬਰਾਬਰ ਚੇਤਨਾ 'ਚ
ਜਾਗਰਣ ਦਾ ਨਾਂ ਹੈ। ਕੀ ਪ੍ਰਾਰਥਨਾ ਕੋਈ ਕਿਰਿਆ ਹੈ? ਕੀ ਕੁਝ ਕਰਨਾ ਪ੍ਰਾਰਥਨਾ ਹੈ? ਨਹੀਂ, ਪ੍ਰਾਰਥਨਾ ਕਿਰਿਆ ਨਹੀਂ, ਸਿਰਫ ਚੇਤਨਾ ਦੀ ਇੱਕ ਸਥਿਤੀ ਹੈ। ਪ੍ਰਾਰਥਨਾ ਕੀਤੀ ਨਹੀਂ ਜਾਂਦੀ, ਹੋ ਜਾਂਦੀ ਹੈ। ਪ੍ਰਾਰਥਨਾ ਵਿੱਚ ਹੋਇਆ ਜਾਂਦਾ ਹੈ। ਪ੍ਰਾਰਥਨਾ ਅਸਲ 'ਚ ਅਕਿਰਿਆ ਹੈ। ਜਦੋਂ ਸਭ ਕਿਰਿਆਵਾਂ ਸ਼ੂਨਯ ਹਨ, ਸਿਰਫ ਸਾਖੀ ਚੇਤਨਯ ਬਾਕੀ ਰਹਿ ਜਾਂਦਾ ਹੈ, ਅਜਿਹੀ ਸਥਿਤੀ ਦਾ ਨਾਮ ਪ੍ਰਾਰਥਨਾ ਹੈ। ਪ੍ਰਾਰਥਨਾ ਸ਼ਬਦ 'ਚੋਂ ਕਰਨ ਦੀ ਆਵਾਜ਼ ਨਿਕਲਦੀ ਹੈ। ਧਿਆਨ ਸ਼ਬਦ 'ਚੋਂ ਵੀ ਕਰਨ ਦੀ ਆਵਾਜ਼ ਨਿਕਲਦੀ ਹੈ, ਪਰ ਇਹ ਦੋਵੇਂ ਸ਼ਬਦ ਕਿਰਿਆਵਾਂ ਲਈ ਨਹੀਂ, ਚੇਤਨਾ ਦੀ ਸਥਿਤੀ ਦੇ ਲਈ ਵਰਤੇ ਗਏ ਹਨ। ਸ਼ੂਨਯ ਵਿੱਚ, ਮੌਨ ਵਿੱਚ, ਨਿਰਸ਼ਬਦ ਵਿੱਚ ਹੋਣਾ ਪ੍ਰਾਰਥਨਾ ਹੈ, ਧਿਆਨ ਹੈ। ਇਹ ਪ੍ਰਾਰਥਨਾ ਸਭਾ ਵਿੱਚ ਮੈਂ ਕੱਲ੍ਹ ਇਹ ਕਿਹਾ ਹੈ। ਕਿਸੇ ਨੇ ਬਾਅਦ 'ਚ ਪੁੱਛਿਆ, ਫਿਰ ਅਸੀਂ ਕੀ ਕਰੀਏ? ਮੈਂ ਕਿਹਾ, ਥੋੜ੍ਹਾ ਸਮਾਂ ਕੁਝ ਵੀ ਨਾ ਕਰੋ, ਬਿਲਕੁਲ ਵਿਸ਼ਰਾਮ 'ਚ ਖੁਦ ਨੂੰ ਛੱਡ ਦਿਓ। ਸਰੀਰ ਤੇ ਮਨ ਦੋਨਾਂ ਨੂੰ ਚੁੱਪ ਹੋ ਜਾਣ ਦਿਓ। ਚੁੱਪਚਾਪ ਮਨ ਨੂੰ ਦੇਖਦੇ ਰਹੋ। ਉਹ ਆਪਣੇ ਆਪ ਸ਼ਾਂਤ ਤੇ ਸ਼ੂਨਯ ਹੋ ਜਾਂਦਾ ਹੈ। ਇਸੇ ਸ਼ੂਨਯ ਵਿੱਚ ਸੱਚ ਦੀ ਪ੍ਰਤੱਖ ਪ੍ਰਾਪਤੀ ਹੁੰਦੀ ਹੈ। ਇਸੇ ਸ਼ੂਨਯ ਵਿੱਚੋਂ ਉਹ ਪ੍ਰਗਟ ਹੁੰਦਾ ਹੈ ਜੋ ਅੰਦਰ ਹੈ, ਤੇ ਉਹ ਵੀ ਜੋ ਬਾਹਰ ਹੈ। ਫਿਰ ਬਾਹਰ ਤੇ ਅੰਦਰ ਮਿਟ ਜਾਂਦੇ ਹਨ ਤੇ ਸਿਰਫ ਉਹੀ ਰਹਿ ਜਾਂਦਾ ਹੈ ਜੋ ਹੈ। ਇਸ ਸ਼ੁੱਧ ਹੈ ਦੀ ਸੰਪੂਰਨਤਾ ਦਾ ਨਾਂ ਹੀ ਈਸ਼ਵਰ ਹੈ। ਧੰਨਵਾਦ।